ਸੋ ਉਸ ਤੋਂ ਜਿਹੜਾ ਅਗਲਾ ਬਚਨ ਹੈ ਅੱਜ ਦਾ ਜੋ ਸਾਹਿਬ ਦਾ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਪਹਿਲਾ ਬਚਨ ਆਇਆ ਸੀ ਪਾਤਸ਼ਾਹ ਦਾ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਵੀ ਜਿੰਨੀ ਵੀ ਇਹ ਸ੍ਰਿਸ਼ਟੀ ਹੈ ਸਾਰੀ ਹੁਕਮ ਦੇ ਵਿੱਚ ਹੀ ਹੈ, ਹੁਕਮ ਚੋਂ ਬਾਹਰ ਕੁਛ ਨਹੀਂ ਹੈ। ਪਰ ਇਸ ਗੱਲ ਨੂੰ ਸਮਝ ਹੋ ਸਕਦਾ ਜਿਹਨੇ ਹੁਕਮ ਨੂੰ ਬੁੱਝਿਆ ਹੋਇਆ। ਹਰ ਕੋਈ ਨਹੀਂ ਸਮਝ ਸਕਦਾ, ਹਰ ਇੱਕ ਦੀ ਸਮਝ 'ਚ ਆਉਣੀ ਇਹ ਗੱਲ ਔਖੀ ਹੈ। ਜਨ ਨਾਨਕ ਇਹ ਖੇਲ ਕਠਨ ਹੈ, ਕਿਨ ਗੁਰਮੁਖ ਬਿਰਲੇ ਜਾਤਾ ਹੈ। ਕੋਈ ਬਿਰਲੀ ਜੀਵ ਹੈ ਜਿਹੜਾ ਇਹਨੂੰ ਜਾਣ ਜਾਂਦਾ ਹੈ। ਸੋ ਹੁਕਮ ਹੀ ਏਕਾ ਮਾਈ ਹੈ, ਭਾਵ ਸਾਰੇ ਸੱਚਖੰਡ ਵਿੱਚ ਰਹਿਣ ਵਾਲੀਆਂ ਜੋਤੀਆਂ ਦੀ ਇੱਛਾ ਹੀ ਹੁਕਮ ਹੈ। ਹੁਕਮੀ ਹੋਵਨ ਜੀ, ਇੱਕੋ ਹੀ ਮੱਤ ਹੈ ਉਹਨਾਂ ਦੀ, ਇੱਕੋ ਹੀ ਉਹਨਾਂ ਦਾ ਆਕਾਰ ਹੈ। ਜਿੰਨੀਆਂ ਵੀ ਜੋਤੀਆਂ ਸੱਚਖੰਡ ਵਿੱਚ ਰਹਿੰਦੀਆਂ ਨੇ, ਹੁਣ ਜੀ ਕੀ ਹੈ? ਉਹੀ ਪੂਰਨ ਬ੍ਰਹਮ ਜੋ ਆਪਣੇ ਭਰਮ ਕਰਕੇ, ਅਗਿਆਨਤਾ ਕਰਕੇ ਦੋ ਰੂਪਾਂ ਵਿੱਚ ਤਬਦੀਲ ਹੋ ਗਿਆ। ਦੋ ਰੂਪ ਕਿਹੜੇ ਆ? ਇੱਕ ਬ੍ਰਹਮ ਹੈ, ਇੱਕ ਬ੍ਰਹਮਾ, ਇੱਕ ਆਤਮ ਹੈ, ਇੱਕ ਪ੍ਰਾਤਮ ਹੈ, ਇੱਕ ਮਨ ਹੈ, ਇੱਕ ਚਿੱਤ ਹੈ। ਇਹ ਦੋ ਰੂਪ ਹੋ ਗਏ, ਭਾਵ ਕਿ ਇਹ ਦਾਲ ਰੂਪ ਹੋਇਆ ਹੋਇਆ ਹੈ, ਇੱਕੋ ਹੀ, ਇੱਕ ਦੀ ਦੋ ਹਿੱਸੇ। ਹੁਣ ਉਹ ਦੋਨੇ ਹਿੱਸਿਆਂ ਨੂੰ ਇੱਕ ਕਰਨਾ ਹੈ। ਕਬੀਰ ਸਾਹਿਬ ਜੀ ਕਹਿੰਦੇ, ਜਾ ਕੇ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਇਹਦਾ ਮਤਲਬ ਦਿਲ ਸਾਬਤ ਕਰਨਾ ਹੈ। ਅੱਬ ਕਿਉਂ ਉਗਵੈ ਦਾਲ? ਕਹਿੰਦੇ ਦਾਲ ਕਦੇ ਵੀ ਨਹੀਂ ਉਗਦੀ ਹੁੰਦੀ ਜਿੰਨਾ ਚਿਰ ਉਹ ਦਾਲ ਦੇ ਦੋਨੇ ਦਾਣੇ ਇੱਕ ਨਹੀਂ ਹੁੰਦੇ। ਦੋਨਾਂ ਹਿੱਸਿਆਂ ਨੂੰ ਇੱਕ ਕਰ ਦਿਓ, ਉੱਗ ਪੈਂਦਾ ਉਹਦੇ ਵਿੱਚ। ਆਤਮਾ ਪ੍ਰਾਤਮਾ ਇੱਕੋ ਕਰੈ, ਇੱਕ ਕਰ। ਕਹਿੰਦੇ ਸਾਨੂੰ ਆਰਡਰ ਹੈ, ਜਿਨ੍ਹਾਂ ਨੇ ਇੱਕ ਹੋਏ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਵੀ ਇੱਕ ਹੋਣਾ ਪਵੇਗਾ, ਇੱਕੋ ਹੀ ਮੱਤ ਬਣਾਉਣੀ ਪੈਣੀ ਹੈ। ਜੀ ਉਹੀ ਪੂਰਨ ਬ੍ਰਹਮ ਜੋ ਆਪਣੇ ਭਰਮ ਕਰਕੇ, ਅਗਿਆਨਤਾ ਕਰਕੇ ਦੋ ਰੂਪਾਂ ਵਿੱਚ ਹੈ, ਇੱਕ ਬ੍ਰਹਮ ਹੈ, ਇੱਕ ਬ੍ਰਹਮ ਹੈ। ਹੁਣ ਜਿਹੜਾ ਹਿੱਸਾ ਹੁਕਮ ਵਿੱਚ ਜੁੜਿਆ ਹੋਇਆ ਹੈ ਉਸੇ ਨੂੰ ਤਾਂ ਗੁਰਬਾਣੀ 'ਚ ਗੁਰ ਆਖਿਆ, ਪ੍ਰਭ ਆਖਿਆ, ਹਰ ਆਖਿਆ, ਗੋਬਿੰਦ ਆਖਿਆ, ਠਾਕਰ ਆਖਿਆ, ਪ੍ਰਾਤਮਾ ਆਖਿਆ, ਆਤਮ ਦਿਓਕ ਆਖਿਆ। ਆਦਿ ਇਹਨਾਂ ਨਾਵਾਂ ਨਾਲ ਹੀ ਸੰਬੋਧਨ ਕੀਤਾ ਗਿਆ ਗੁਰਬਾਣੀ 'ਚ। ਇਹ ਸਾਡੇ ਮੂਲ ਦੇ ਨਾਮ ਨੇ, ਪਰਮੇਸ਼ਰ ਦਾ ਕੋਈ ਨਾਮ ਨਹੀਂ ਹੈ। ਦਸਵੇਂ ਪਾਤਸ਼ਾਹ ਵੀ ਕਹਿੰਦੇ ਨਮਸਤਵੰ ਨਿਰਨਾਮੇ, ਕਿ ਨਮਸਕਾਰ ਹੈ ਫਿਰ ਵੀ ਭਾਵੇਂ ਤੇਰਾ ਕੋਈ ਨਾਮ ਨਹੀਂ ਹੈ, ਤੇਰਾ ਕੋਈ ਰੂਪ ਰੇਖ ਰੰਗ ਨਹੀਂ ਹੈ, ਉਹ ਰੇਖਾ ਚਿੱਤਰ ਤੋਂ ਵੀ ਪਰੇ ਹੈ, ਉਹਦੇ ਬਾਰੇ ਕੀ ਕੁਝ ਕਰ ਸਕਦੇ ਆ। ਸੋ ਗੁਰ ਚੇਲੇ ਕੀ ਸੰਧ ਮਿਲਾਈ। ਗੁਰ ਹੈ ਸਾਡਾ ਮੂਲ, ਚੇਲਾ ਹੈ ਮਨ, ਮਨ ਤੇ ਚਿੱਤ ਇੱਕ ਕਰਨੇ। ਹੁਕਮ ਨੇ ਹੀ ਇਸ ਜੀ ਪ੍ਰਤੀ ਇਹ ਰਚਨਾ ਰਚੀ ਹੈ। ਜਦੋਂ ਜੀ ਨੇ ਆਪਣਾ ਮਨ ਮਾਇਆ 'ਚ ਲੈ ਕੇ ਆਂਦਾ, ਮਾਇਆ ਦੀ ਇੱਛਾ ਪੈਦਾ ਕੀਤੀ ਇਹਨੇ, ਉਦੋਂ ਹੀ ਤਾਂ ਸਾਰੀ ਸ੍ਰਿਸ਼ਟੀ ਸ਼ੁਰੂ ਹੋਈ ਹੈ। ਇਹਦੇ ਕਰਕੇ ਤਾਂ ਸ੍ਰਿਸ਼ਟੀ ਬਣਾਈ ਹੈ। ਪਾਪ ਪੁੰਨ ਦੋਨੋਂ ਭਾਈ ਦੋਹੂ ਮਿਲ ਕੇ ਸ੍ਰਿਸ਼ਟ ਹੋ ਪਾਈ। ਜਦੋਂ ਜਿਹੜਾ ਸਾਡਾ ਮੂਲ ਸੀ ਉਹਨੇ ਇੱਛਾ ਪੈਦਾ ਕੀਤੀ, ਉਹਦੇ ਕਰਕੇ ਤਾਂ ਰਚਨਾ ਰਚੀ। ਸੋ ਹੁਣ ਇਹਨੇ ਉਹੀ ਹਉ ਤਿਆਗਣੀ ਹੈ, ਆਪਣੀ ਇੱਛਾ ਤਿਆਗਣੀ ਹੈ, ਫਿਰ ਅਸਲੀ ਸਰੂਪ 'ਚ ਆ ਜਾਣਾ। ਹੁਕਮ ਹੀ ਹੋਵਨ ਜੀ, ਹੁਕਮ ਹੀ ਹੈ ਇਹ ਜਿਹੜਾ ਜੀ ਹੈ, ਹੁਕਮ 'ਚ ਹੀ ਹੈ। ਪਰ ਹੁਕਮ ਹੀ ਮਿਲਿਆ ਵਡਿਆਈ। ਜਦੋਂ ਇਹ ਹੁਕਮ ਨੂੰ ਬੁੱਝ ਲੂਗਾ ਫੇਰ ਇਹਨੂੰ ਵਡਿਆਈ ਹੈ। ਉਨਾ ਚਿਰ ਵਡਿਆਈ ਨਹੀਂ ਹੈ, ਭਾਵ ਕਿ ਵਡਿਆਈ ਇਹਦੀ ਜੋਤ, ਇਹਦੀ ਸੁਰਤ ਉਦੋਂ ਵੱਡੀ ਹੋਣੀ ਹੈ ਜਦੋਂ ਇਹ ਹੁਕਮ ਨੂੰ ਬੁੱਝ ਲੂਗਾ। ਜਿੰਨਾ ਚਿਰ ਹੇ ਮੇਰੇ ਮਨਾ ਤੂੰ ਹੁਕਮ ਨੂੰ ਬੁੱਝਦਾ ਨਹੀਂ, ਉਨਾ ਚਿਰ ਤੇਰੀ ਜਿਹੜੀ ਸੁਰਤ ਹੈ ਬਹੁਤ ਛੋਟੀ ਹੈ। ਪਰ ਜਦੋਂ ਤੂੰ ਹੁਕਮ ਨੂੰ ਬੁੱਝ ਲੇਗਾ ਫੇਰ ਤੇਰੀ ਸੁਰਤ ਨੇ ਵੱਡੀ ਹੋਣਾ। ਕਿੰਨੀ ਕੁ ਵੱਡੀ ਹੋ ਜਾਂਦੀ ਹੈ? ਪਾਤਸ਼ਾਹ ਕਹਿੰਦੇ ਆ, ਬ੍ਰਹਮ ਗਿਆਨੀ ਕੈ ਮਨ ਪ੍ਰਗਾਸ, ਜੈਸੇ ਧਰ ਉੱਪਰ ਆਕਾਸ਼। ਐਡੀ ਵੱਡੀ ਹੋ ਜਾਂਦੀ। ਦੇ ਲੰਮੀ ਨਜ਼ਰ ਨਿਹਾਲੀ ਹੈ, ਲੰਮੀ ਨਜ਼ਰ ਕਰਨੀ ਪੈਂਦੀ ਹੈ। ਤਿੰਨੇ ਲੋਕਾਂ ਦੀ ਸੋਝੀ ਆ ਜਾਂਦੀ ਹੈ।
ਇਹ ਹੈ ਲੰਮੀ ਨਜ਼ਰ, ਇਹ ਹੈ ਵਡਿਆਈ ਹੁਕਮੀ। ਪਰ ਜੇ ਹੁਕਮ ਦੇ ਵਿੱਚ ਚੱਲੇ ਤਾਂ ਵਡਿਆਈ ਮਿਲਣੀ ਹੈ। ਵੈਸੇ ਸਾਰੀ ਸ੍ਰਿਸ਼ਟੀ ਹੁਕਮ 'ਚ ਹੈ। ਹੁਕਮੀ ਹੋਵਨ ਜੀ, ਹੁਕਮ ਵਿੱਚ ਹੀ ਨੇ ਸਾਰੇ ਜੀਵ। ਪਰ ਜਿਹੜਾ ਹੁਕਮ ਨੂੰ ਬੁੱਝ ਲੈਂਦਾ, ਹੁਕਮ ਨੂੰ ਜਾਣ ਲੈਂਦਾ, ਹੁਕਮ ਨੂੰ ਸਮਝ ਲੈਂਦਾ, ਉਹਦੇ ਅਨੁਸਾਰ ਹੀ ਹੋ ਜਾਂਦਾ, ਵਡਿਆਈ ਉਹਨੂੰ ਮਿਲਦੀ ਹੈ। ਹੁਕਮ ਹੀ ਮਿਲੇ ਵਡਿਆਈ ਹੈ। ਜਿਹੜੇ ਹੁਕਮ ਵਿੱਚ ਨੇ ਦੂਜਿਆਂ ਨੂੰ ਵਡਿਆਈ ਨਹੀਂ ਮਿਲਦੀ, ਦੂਜਿਆਂ ਦੀ ਸੁਰਤ ਨਹੀਂ ਵਿਸ਼ਾਲ ਹੁੰਦੀ, ਉਹ ਤਾਂ ਸਿਰਫ ਮਾਇਆ ਤੱਕ ਸੀਮਿਤ ਰਹਿ ਜਾਂਦੇ ਆ। ਅਸੀਂ ਵੀ ਮਨੁੱਖਾ ਤਨ ਦੇ ਵਿੱਚ ਆ ਕੇ ਸਿਰਫ ਇੱਥੋਂ ਤੱਕ ਹੀ ਸੀਮਿਤ ਰਹਿ ਜਾਂਦੇ ਆ ਵੀ ਚੰਗੇ ਪੈਸੇ ਹੋਣ, ਵਧੀਆ ਕੋਠੀ ਹੋਵੇ, ਵਧੀਆ ਗੱਡੀਆਂ ਹੋਣ ਤੇ ਵਧੀਆ ਬਿਜ਼ਨਸ ਚੱਲਦੇ ਹੋਣ, ਮਨ ਭਾਉਂਦਾ ਖਾਣਾ ਖਾਈਏ, ਮਨ ਭਾਉਂਦੀ ਐਸ਼ ਪ੍ਰਸਤੀ ਕਰੀਏ, ਮਨ ਭਾਉਂਦੇ ਕੱਪੜੇ ਵਰਤੀਏ, ਚਾਰ ਬੰਦਿਆਂ 'ਚ ਸਾਡੀ ਇੱਜ਼ਤ ਹੋਵੇ, ਲੋਕ ਸਾਨੂੰ ਮੱਥਾ ਟੇਕਣ, ਨਮਸਕਾਰਾਂ ਕਰਨ, ਸਾਡੀ ਗੱਲ ਮੰਨਣ। ਇੱਥੋਂ ਤੱਕ ਹੀ ਰਹਿ ਜਾਂਦੇ ਆ। ਇਹ ਸੱਚਖੰਡ ਦੀ ਦ੍ਰਿਸ਼ਟੀ ਦੇ ਤੋਂ ਇਹ ਜਿਹੜੀ ਸੋਚ ਹੈ, ਇਹ ਸਿਰਫ ਇੱਕ ਕਿਣਕਾ ਮਾਤਰ ਹੈ। ਇਹ ਤੋਂ ਵੱਧ ਨਹੀਂ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾਮਾ। ਆ ਤਿਲ ਜਿੰਨਾ ਮਾਣ ਹੈ। ਹੁਣ ਤਿਲ ਦੀ ਕੀ ਕੀਮਤ ਹੈ? ਕੁਛ ਵੀ ਨਹੀਂ। ਇਸੇ ਕਰਕੇ ਜਿਹੜਾ ਗੁਰਮੁਖ ਹੈ ਉਹ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਉਹ ਕਹਿੰਦਾ ਇਹਨਾਂ ਨੂੰ ਛੱਡੋ ਕਿਹੜਾ। ਉਹ ਸੰਸਾਰ ਦੀ ਕਿਸੇ ਵੀ ਵਡਿਆਈ ਨੂੰ ਨਹੀਂ ਮੰਨਦਾ। ਉਹ ਕਹਿੰਦਾ ਜੇ ਸੰਸਾਰ 'ਚ ਮਾੜੀ ਮੋਟੀ ਬੇਇੱਜ਼ਤੀ ਵੀ ਹੋ ਗਈ ਤਾਂ ਵੀ ਚੰਗਾ ਹੈ, ਇੱਜ਼ਤ ਨਹੀਂ ਹੋਣੀ ਚਾਹੀਦੀ। ਜਿੰਨੀ ਸੰਸਾਰ 'ਚ ਇੱਜ਼ਤ ਹੁੰਦੀ ਹੈ ਉਨਾ ਹੀ ਉਹ ਸੱਚਖੰਡ ਦੀ ਇੱਜ਼ਤ ਤੋਂ ਪਰੇ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸੰਸਾਰੀ ਇੱਜ਼ਤ ਸੱਚ ਤੋਂ ਪਰੇ ਕਰ ਦਿੰਦੀ ਹੈ। ਜਿਹੜੇ ਬੰਦੇ ਦੀ ਚਾਰ ਬੰਦੇ ਇੱਜ਼ਤ ਕਰਨ ਲੱਗ ਜਾਣ, ਜਿਹੜੇ ਬੰਦੇ ਉਹਦੀ ਇੱਜ਼ਤ ਕਰਨੇ ਭਾਵੇਂ ਉਹ ਗਲਤ ਕੰਮ ਕਰਦੇ ਹੋਣ, ਉਹ ਬੰਦਾ ਉਹਨਾਂ ਨੂੰ ਕਹਿ ਨਹੀਂ ਸਕਦਾ ਵੀ ਤੁਸੀਂ ਗਲਤ ਕਰਦੇ ਹੋ, ਕਿਉਂਕਿ ਉਹ ਉਹਦੀ ਇੱਜ਼ਤ ਕਰਦੇ ਆ। ਇੱਥੋਂ ਹੀ ਅੜਿੱਕਾ ਪੈਂਦਾ ਹੈ, ਇੱਥੋਂ ਹੀ ਪਰਮਾਰਥ ਦੀ ਸੋਚੀ ਨਹੀਂ ਆਉਂਦੀ। ਤੇ ਗੁਰਮੁਖ ਹੈ ਜਿਹੜਾ, ਉਹ ਸੱਚ ਕਹਿੰਦਾ। ਉਹ ਸਿੱਧਾ ਪੰਡਤ ਨੂੰ ਵੀ ਜਾ ਕੇ ਕਿਹਾ ਵੀ ਝੂਠ ਨਾ ਬੋਲ ਪਾਂਡੇ, ਸੱਚ ਕਹੀ ਹੈ ਵੀ ਤੂੰ ਸੱਚ ਕਹਿ। ਤੂੰ ਕਿਉਂ ਝੂਠ ਬੋਲਦਾ ਹੈ? ਤੇਰੇ ਇੱਕ ਝੂਠ ਦੇ ਨਾਲ ਪਤਾ ਨਹੀਂ ਕਿੰਨਿਆਂ ਕੁ ਦਾ ਜੀਵਨ ਵਿਅਰਥ ਚਲਾ ਜਾਣਾ ਹੈ। ਸੋ ਹੁਕਮ ਹੀ ਮਿਲੇ ਵਡਿਆਈ। ਹੇ ਮੇਰੇ ਮਨ, ਜਿਹੜੇ ਹੁਕਮ ਦੇ ਵਿੱਚ ਚੱਲਦੇ ਆ ਉਹਨਾਂ ਨੂੰ ਵਡਿਆਈ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਖਸਮੇ ਕਾ ਮਹਿਲ। ਤਾਂ ਖਸਮ ਦੀ ਮਹਿਲ ਦੀ ਗੱਲ ਆਉਣੀ ਹੈ। ਜਿੰਨਾ ਚਿਰ ਹੁਕਮ ਨੂੰ ਪਛਾਣਿਆ ਹੀ ਨਹੀਂ, ਪਹਿਲਾਂ ਤਾਂ ਹੁਕਮ ਪਛਾਣਨਾ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਹੁਕਮ ਕੋਈ ਬਾਹਰ ਤਾਂ ਇਹ ਨਹੀਂਗਾ, ਨਾ ਕਿਸੇ ਨੇ ਬਾਹਰੋਂ ਹੁਕਮ ਕਰਨਾ। ਬਾਹਰੋਂ ਤਾਂ ਹੁਕਮ ਬਾਰੇ ਦੱਸਿਆ ਜਾ ਸਕਦਾ। ਗੁਰਬਾਣੀ ਹੁਕਮ ਬਾਰੇ ਦੱਸਦੀ ਹੈ, ਉਪਦੇਸ਼ ਦਿੰਦੀ ਹੈ, ਪਰ ਹੇ ਮੇਰੇ ਮਨਾ, ਹੁਕਮ ਤੇਰੇ ਹਿਰਦੇ 'ਚ ਹੀ ਹੈ। ਉਹਨੂੰ ਬਸ ਤੂੰ ਜਾਣਨਾ, ਬੁੱਝਣਾ। ਹੁਕਮ ਮਿਲਿਆ ਵਡਿਆਈ। ਹੁਣ ਆਪਾਂ ਗੁਰਬਾਣੀ 'ਚੋਂ ਵੀ ਦੇਖਦੇ ਹਾਂ, ਪਾਤਸ਼ਾਹ ਅੰਗ 90 ਦੇ ਉੱਪਰ ਵੀ ਕਹਿੰਦੇ ਆ, ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ। ਦੇਖੋ, ਵਡਿਆਈ ਵੱਡੀ ਹੋਏ, ਵਡਿਆਈ ਵੱਧਦੀ ਹੈ। ਜਿਵੇਂ ਅਸੀਂ ਸੰਸਾਰੀ ਤੌਰ 'ਤੇ ਵੀ ਇੱਕ ਸ਼ਬਦ ਵਰਤਦੇ ਵੀ ਵਧਾਈਆਂ, ਉਹ ਕਹਿੰਦਾ ਜੀ ਸਵਾ ਵਧਾਈਆਂ। ਵਧਾਈਆਂ ਦਾ ਅਰਥ ਵੀ ਹੁੰਦਾ ਕੋਈ ਵੱਡੀ ਗੱਲ। ਉਹ ਕਹਿੰਦਾ ਜੀ ਤੁਹਾਨੂੰ ਸਵਾ ਵਧਾਈਆਂ, ਵੀ ਜਿੱਡੀ ਗੱਲ ਸਾਡੇ ਕੋਲ ਆ ਉਹਦੇ ਨਾਲੋਂ ਵੱਡੀ ਗੱਲ ਆਵੇ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਉੱਥੇ ਵੀ ਇਹੀ ਗੱਲਾਂ ਨੇ। ਉਹੀ ਗੁਰਬਾਣੀ ਦੇ ਉਹਨਾਂ ਸ਼ਬਦਾਂ ਨੂੰ ਹੀ ਬਾਰ-ਬਾਰ ਵਿਆਖਿਆ ਕੀਤੀ ਗਈ ਹੈ ਕਿ ਸਤਿਗੁਰ ਕੈ ਭਾਣੇ ਜੋ ਚੱਲੇ। ਜਿਹੜਾ ਮਨ, ਜਿਹੜੀ ਆਤਮਾ ਆਪਣੇ ਮੂਲ ਦੇ ਅਨੁਸਾਰ ਚੱਲਦੀ ਹੈ, ਸਤਿਗੁਰ ਉਹਦਾ ਮੂਲ ਹੈ, ਸੱਚ ਦਾ ਗਿਆਨ ਜਿੱਥੋਂ ਮਿਲਦਾ, ਉਸ ਗਿਆਨ ਨੂੰ ਪ੍ਰਾਪਤ ਕਰਕੇ ਜੋ ਚੱਲੇ। ਜਿਵੇਂ ਸਾਡੇ ਕੋਲ ਅੱਜ ਗੁਰਬਾਣੀ ਹੈ, ਗੁਰਬਾਣੀ ਦੇ ਅਨੁਸਾਰ ਚੱਲੀਏ ਤਿਸ ਵਡਿਆਈ ਵੱਡੀ ਹੋਏ। ਫਿਰ ਕਹਿੰਦੀ ਉਹਦੀ ਜਿਹੜੀ ਸੋਚ ਹੈ ਉਹ ਇੰਨੀ ਵਿਸ਼ਾਲ ਹੁੰਦੀ ਚਲੀ ਜਾਂਦੀ ਹੈ ਕਿ ਉਹਨੂੰ ਸਾਰਾ ਸੰਸਾਰ ਆਪਣਾ ਲੱਗਦਾ ਹੈ। ਉਹ ਹਰ ਇੱਕ ਦਾ ਭਲਾ ਚਾਹੁੰਦਾ। ਜਿਵੇਂ ਅਸੀਂ ਦੁਨੀਆਦਾਰ ਤੌਰ 'ਤੇ ਆਪਣੇ ਪਰਿਵਾਰ ਦਾ ਭਲਾ ਚਾਹੁੰਦੇ ਹਾਂ, ਇਸੇ ਤਰ੍ਹਾਂ ਜਦੋਂ ਗੁਰਮੁਖ ਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ, ਸੱਤ ਦੀ ਸੋਝੀ ਆਉਂਦੀ ਹੈ, ਉਹ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਸਮਝਣ ਲੱਗ ਜਾਂਦਾ।
ਫਿਰ ਉਹ ਸਾਰੇ ਸੰਸਾਰ ਦਾ ਭਲਾ ਚਾਹੁੰਦਾ ਹੈ। ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ। ਕਿੱਡੀ ਵਿਸ਼ਾਲ ਸੋਚ ਹੈ। ਇੰਨਾ ਵਿਸ਼ਾਲ ਹੋ ਜਾਂਦਾ ਹਿਰਦਾ ਗੁਰਮੁਖ ਦਾ। ਅੰਗ 1312 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਦਾਲਦ ਦੁੱਖ ਲਹਿ ਜਾਏ। ਜਿਹੜੀ ਵੀ ਜੋਤ ਆਪਣੇ ਜੋਤੀ ਦੇ ਅਨੁਸਾਰ ਚੱਲਦੀ ਹੈ, ਮੂਲ ਦੇ ਅਨੁਸਾਰ ਚੱਲਦੀ ਹੈ, ਤਿਨ ਦਾਲਦ ਦੁੱਖ ਲਹਿ ਜਾਏ। ਆਹ ਜਿੰਨਾ ਵੀ ਦਾਲਦ ਦਲਿੱਦਰ ਦੁੱਖ ਰੂਪੀ ਹੈ, ਸਰੀਰ ਮਿਲਦੇ 84 ਲੱਖ ਜਾਂ ਇਸ ਤੋਂ ਵੱਧ, ਉਹ ਨਹੀਂ ਮਿਲਦੇ। ਅੰਗ 1245 ਉੱਪਰ ਪਾਤਸ਼ਾਹ ਕਹਿੰਦੇ, ਸਤਿਗੁਰ ਕੈ ਭਾਣੈ ਜੋ ਚੱਲੇ ਹਰ ਸੇਤੀ ਰਲਿਆ। ਜਿਹੜਾ ਵੀ ਆਪਣੇ ਮੂਲ ਦੇ ਅਨੁਸਾਰ ਚੱਲਦਾ ਉਹ ਹਰ ਸੇਤੀ ਰਲਿਆ, ਉਹ ਸਾਰੇ ਸੱਚਖੰਡ ਵਿੱਚ ਜਾ ਕੇ ਰਲ ਜਾਂਦਾ ਹੈ। ਭਾਵ ਕਿ ਜਿਹੜਾ ਪਾਣੀ ਦਰਿਆ ਦੇ ਦੋਨਾਂ ਕਿਨਾਰਿਆਂ ਦੇ ਵਿੱਚ ਚੱਲਦਾ ਰਹਿੰਦਾ, ਉਹੀ ਦਰਿਆ ਦਾ ਪਾਣੀ ਇੱਕ ਦਿਨ ਸਮੁੰਦਰ ਵਿੱਚ ਜਾ ਕੇ ਸਮਾ ਜਾਂਦਾ ਹੈ। ਉਹਦੇ ਵਿੱਚ ਰਲ ਜਾਂਦਾ, ਫਿਰ ਸਮੁੰਦਰ ਦਾ ਰੂਪ ਹੋ ਜਾਂਦਾ ਹੈ। ਇਸੀ ਹੁਕਮ ਹੀ ਮਿਲਿਆ ਵਡਿਆਈ। ਹੁਣ ਜੀਵ ਪ੍ਰਤੀ ਕੀ ਹੁਕਮ ਹੈ, ਆਪਾਂ ਗੁਰਬਾਣੀ ਚੋਂ ਦੇਖਾਂਗੇ। ਜੀਵ ਨੂੰ ਵੀ ਕੋਈ ਹੁਕਮ ਹੈ। ਕੀ ਹੁਕਮ ਹੈ? ਕਿ ਆਪਣੇ ਸਤਿਗੁਰ ਦੇ ਅਨੁਸਾਰ ਹੀ ਚੱਲ। ਭਾਵ ਗੁਰਬਾਣੀ ਤੋਂ ਸਮਝ ਪ੍ਰਾਪਤ ਕਰ, ਫਿਰ ਉਹਨੂੰ ਮੰਨ ਤੇ ਫਿਰ ਉਸ ਦੇ ਅਨੁਸਾਰ ਚੱਲ। ਫਿਰ ਕੀ ਹੋਊਗਾ? ਵਡਿਆਈ ਮਿਲੂਗੀ। ਵਡਿਆਈ ਕੀ ਮਿਲੂਗੀ? ਧੁਰ ਕੀ ਬਾਣੀ ਦੇ ਨਾਲ ਸਿੱਧਾ ਸੰਬੰਧ ਪੈਦਾ ਹੋ। ਦਰਿਆ ਦੇ ਵਿੱਚ ਪਾਣੀ ਚੱਲਦਾ ਗਿਆ, ਕੀ ਵਡਿਆਈ ਮਿਲੀ ਦਰਿਆ ਦੇ ਪਾਣੀ ਨੂੰ? ਉਹ ਜਾ ਕੇ ਸਮੁੰਦਰ ਦੇ ਵਿੱਚ ਰਲ ਗਿਆ, ਉਹ ਸਮੁੰਦਰ ਬਣ ਗਿਆ। ਉਹਨੂੰ ਦਰਿਆ ਦਾ ਪਾਣੀ ਨਹੀਂ ਕੋਈ ਕਹਿ ਸਕਦਾ। ਜਦੋਂ ਗੁਰਬਾਣੀ ਅਨੁਸਾਰ ਸੁਰਤ ਚੱਲਦੀ ਗਈ, ਕੀ ਮਿਲਦਾ? ਬਾਣੀ ਮਿਲ ਜਾਂਦੀ ਹੈ। ਬਾਣੀ ਕੀ ਹੈ? ਨਿਰੰਕਾਰ ਹੈ। ਬਾਣੀ ਦਾ ਕੋਈ ਆਕਾਰ ਨਹੀਂ, ਗੁਰਬਾਣੀ ਦਾ ਆਕਾਰ ਹੈ, ਬਾਣੀ ਦਾ ਕੋਈ ਆਕਾਰ ਨਹੀਂ। ਵਾਹ ਵਾਹ, ਬਾਣੀ ਨਿਰੰਕਾਰ ਹੈ, ਤਿਸ ਜੇ ਵਡੇ ਅਵਰ ਨਾ ਕੋਈ, ਉਹਦੇ 'ਚ ਡਗੋ ਹੀ ਨਹੀਂ ਹੈ। ਅਨਹਤ ਨਾਦ ਹੈ, ਅਨਹਦ ਨਾਦ ਹੈ, ਹੱਦ ਨਹੀਂ ਕੋਈ ਹੈ। ਸਾਰਾ ਕੁਝ ਫਿਰ ਉਹਦੇ ਅੰਦਰ ਆ ਜਾਂਦਾ ਹੈ। ਐਸੀ ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਇਹ ਵਡਿਆਈ ਮਿਲਦੀ ਹੈ। ਹੁਕਮੀ ਉੱਤਮ ਨੀਚ, ਹੁਕਮੀ ਲਿਖ ਦੁੱਖ ਸੁਖ ਪਾਈ। ਅਗਲਾ ਬਚਨ ਹੈ, ਕਹਿੰਦੇ ਹੁਕਮੀ ਉੱਤਮ ਨੀਚ, ਹੁਕਮੀ ਲਿਖ ਦੁੱਖ ਸੁਖ ਪਾਈ। ਹੁਕਮ ਮੰਨਣ ਵਾਲੀ ਜੀਵ ਆ ਜਿਹੜਾ ਜੋਤ ਹੈ, ਜੋਤੀ ਹੈ, ਉਹੀ ਸਭ ਤੋਂ ਸ੍ਰੇਸ਼ਟ ਹੈ। ਹੁਕਮ ਨਾ ਮੰਨਣ ਵਾਲੀ ਨੀਚ ਹੈ। ਕਿਉਂ ਨੀਚ ਹੈ? ਕਿਉਂਕਿ ਉਹ ਮਾਇਆ ਨਾਲ ਜੁੜੀ ਹੋਈ ਹੈ। ਕਿਉਂਕਿ ਮਾਇਆ ਨੀਚ ਹੈ। ਜੇ ਸੰਸਾਰੀ ਤੌਰ ਤੇ ਵੀ ਆਪਾਂ ਕਿਸੇ ਗਲਤ ਬੰਦੇ ਦੀ ਸੰਗਤ ਕਰੀਏ ਤਾਂ ਆਪਾਂ ਨੂੰ ਉਹ ਆਪਣੇ ਵਰਗਾ ਬਣਾ ਲੈਂਦਾ। ਜੇ ਕੋਈ ਚੰਗੇ ਬੰਦੇ ਦੀ ਸੰਗਤ ਕਰੇ ਤਾਂ ਉਹਦੇ ਵਰਗਾ ਬਣ ਜਾਂਦਾ। ਇਸੇ ਤਰ੍ਹਾਂ ਜੋਤੀ ਹੈ। ਜੇ ਜੋਤੀ ਮਾਇਆ ਨਾਲ ਜੁੜਦੀ ਹੈ ਤਾਂ ਨੀਚ ਹੋ ਜਾਂਦੀ ਹੈ, ਜੇ ਜੋਤੀ ਹੁਕਮ ਨਾਲ ਜੁੜਦੀ ਹੈ ਤਾਂ ਉੱਤਮ ਹੋ ਜਾਂਦੀ। ਹੁਕਮ ਹੀ ਉੱਤਮ, ਹੁਕਮ ਹੀ ਨੀਚ। ਗੱਲ ਹੁਕਮ ਦੀ ਹੋਣੀ ਹੈ, ਜੈਸਾ ਸੇਵੇ ਤੈਸਾ ਹੋਏ। ਆਪਣਾ ਜਿਹੜਾ ਬੰਦੇ ਦਾ ਜੋਤੀ ਦਾ ਜਿਹੜਾ ਹੁਕਮ ਹੈ, ਆਪਣੀ ਇੱਛਾ ਹੈ, ਉਹ ਮਾਇਆ ਵੱਲ ਨੂੰ ਲੈ ਜਾਂਦੀ ਹੈ। ਜਿਹੜੇ ਗੁਰਮੁਖ ਨੇ ਉਹਨਾਂ ਦੀ ਸੋਚ ਸੱਚ ਵਾਲੇ ਪਾਸੇ ਨੂੰ ਲੈ ਕੇ ਜਾਂਦੇ, ਉਹ ਨਿਰਾਕਾਰ ਵਾਲੇ ਪਾਸੇ ਨੂੰ ਲੈ ਕੇ ਜਾਂਦੇ ਆ। ਜਿਹੜੇ ਮਨਮੁਖ ਨੇ ਉਹ ਆਪਣੀ ਸੋਚ ਨੂੰ ਸੰਸਾਰਲੇ ਪਾਸੇ ਲੈ ਕੇ ਆਉਂਦੇ ਆ। ਕਿਉਂਕਿ ਮਾਇਆ ਨੀਚ ਹੈ, ਮਾਇਆ ਨਾਲ ਜੁੜੀ ਹੋਈ ਹੈ, ਤੇ ਜੀਵ ਫਿਰ ਸੱਚਖੰਡ ਦੀ ਦ੍ਰਿਸ਼ਟੀ ਤੋਂ ਨੀਚ ਹੀ ਗਿਣਿਆ ਜਾਂਦਾ ਹੈ। ਹਾਂ, ਉੱਤਮ ਹੋ ਸਕਦੇ ਆ ਹੁਕਮ ਵਿੱਚ ਆ ਕੇ। ਜਿਹੜੀ ਸੋਚ ਜੀਵ ਦੀ ਹੈ ਉਹ ਭਾਣੇ ਦਾ ਵਿਰੋਧ ਕਰਦੀ ਹੈ। ਰੱਬ ਨੇ ਆਹ ਕੀ ਕਰ ਦਿੱਤਾ, ਕਿਉਂ ਕਰ ਦਿੱਤਾ? ਅਸੀਂ ਵੀ ਕਹਿ ਦਿੰਦੇ ਹਾਂ ਵੀ ਆਹ ਠੀਕ ਨਹੀਂ ਹੋਇਆ, ਜਿਵੇਂ ਸਾਨੂੰ ਲੱਗਦਾ। ਪਰ ਹੁਣ ਸਾਡੀ ਦ੍ਰਿਸ਼ਟੀ ਦੇ ਵਿੱਚ ਇਹ ਗੱਲ ਕਹਿਣੀ ਓ ਪੈਂਦੀ ਹੈ ਕਿ ਛੋਟਾ ਬੱਚਾ ਹੈ ਕੋਈ, ਉਹਨੂੰ ਕੋਈ ਬੰਦਾ ਮਾਰਦਾ, ਉਹਦੇ ਸਰੀਰ ਨੂੰ ਤਕਲੀਫ ਦਾ ਨਾ ਆਪਾਂ ਕਹਿੰਦੇ ਵੀ ਇਹ ਬਹੁਤ ਮਾੜਾ ਹੋਇਆ।
ਸੁਭਾਅ ਬਣ ਗਿਆ ਸਾਡਾ, ਇਹ ਸ਼ਬਦ ਵਰਤਣੇ ਪੈਂਦੇ ਵੀ ਆ ਤਾਂ ਰੱਬ ਨੇ ਕਹਿਰ ਹੀ ਢਾਲਤਾ। ਇਹ ਆਮ ਗੱਲਾਂ ਸੁਭਾਵਕ ਸਾਡੇ ਸੁਭਾਅ ਬਣ ਗਿਆ, ਅਸੀਂ ਕਹਿੰਦੇ ਰਹਿੰਦੇ ਹਾਂ। ਕਿਉਂ ਕਹਿੰਦੇ ਆ? ਕਿਉਂਕਿ ਸਾਨੂੰ ਅਸਲੀ ਧਰਮ ਦੀ ਜਿਹੜੀ ਸੋਝੀ ਹੈ ਉਹ ਨਹੀਂ ਹੈ। ਪਰ ਜਦੋਂ ਧਰਮ ਦੀ ਸੋਝੀ ਆ ਜਾਂਦੀ ਹੈ, ਜਦੋਂ ਉਹ ਧਾਰਮਿਕ ਪੁਰਸ਼ ਵੀ ਇਹ ਗੱਲਾਂ ਸੰਸਾਰ 'ਚ ਕਹਿੰਦਾ ਹੈ, ਉਹ ਜਦੋਂ ਇਹ ਗੱਲ ਕਹਿੰਦਾ ਵੀ ਜੋ ਕੁਛ ਹੋਇਆ ਭਾਣੇ 'ਚ ਹੋਇਆ, ਫਿਰ ਸੰਸਾਰ ਦੇ ਲੋਕ ਉਹਦਾ ਵਿਰੋਧ ਕਰਦੇ ਆ। ਇਹ ਕੀ ਭਾਣੇ 'ਚ ਹੋ ਗਿਆ ਯਾਰ? ਇਹ ਭੋਰਕ ਬੱਚੇ ਨੇ ਕੀ ਕਿਸੇ ਦਾ ਪਾਪ ਕੀਤਾ ਸੀ, ਇਹਨੇ ਕੀ ਕਿਸੇ ਦਾ ਬੁਰਾ ਕੀਤਾ ਸੀ, ਤੇ ਜਿਉਂਦੇ ਨੂੰ ਇਹ ਸਾੜਤਾ ਵੀ ਤੂੰ ਆ ਐਵੇਂ ਆਪਣੇ ਕੋਲੋਂ ਹੀ ਛੱਡੀ ਜਾਂਦਾ। ਜਿੱਦਣ ਤੇਰੇ ਜਵਾਕ ਨਾ ਕਦੇ ਹੋਇਆ ਫੇਰ ਤੂੰ ਸਾਨੂੰ ਦੱਸੀ, ਫੇਰ ਦੇਖਾਂਗੇ ਵੀ ਤੂੰ ਕਿੱਡਾ ਹੁਕਮੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸਮਾਜ ਚੱਲਦੀਆਂ ਰਹਿੰਦੀਆਂ ਨੇ। ਪਰ ਗੁਰਮੁਖ ਹੈ ਜਿਹੜਾ ਬੇਪਰਵਾਹ ਹੁੰਦਾ ਹੈ। 10ਵੇਂ ਪਾਤਸ਼ਾਹ ਲਈ ਇੱਕ ਵੀ ਪੰਗਤੀ ਨਹੀਂ ਆਪਣੇ 10ਵੇਂ ਗ੍ਰੰਥ 'ਚ ਲਿਖੀ ਕਿ ਸਾਹਿਬਜ਼ਾਦਿਆਂ ਨਾਲ ਮਾੜਾ ਹੋਇਆ, ਜਾਂ ਉਹਨਾਂ ਦੇ ਪਿਤਾ ਜੀ ਨੇ ਸੰਸਾਰੀ ਤੌਰ ਤੇ ਸ਼ਹੀਦੀ ਦਿੱਤੀ ਹੈ ਜਿਹੜੀ, ਉਹਨੂੰ ਵੀ ਕਹਿ ਦਿੰਦੇ ਵੀ ਮਾੜਾ ਹੋਇਆ। ਸਗੋਂ ਉਹਨਾਂ ਨੇ ਤਾਂ ਇਹਦੇ ਉਲਟ ਪੰਗਤੀ ਲਿਖੀ ਹੈ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੁਖ। ਉਹ ਕਹਿੰਦਾ ਸੰਸਾਰ ਨੇ ਦੁੱਖ ਮਨਾਇਆ, ਹੈ ਸਭ ਜਗ ਪਇਓ ਜੈ 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 ਸਵਰ ਲੋਕ। ਪਰ ਸੱਚਖੰਡ ਵਿੱਚ ਜੈ ਜੈਕਾਰ ਹੁੰਦੀ ਹੈ। ਪਰ ਹੁਣ ਇਹ ਗੱਲ ਨੂੰ ਸਮਝਣਾ ਬਹੁਤ ਔਖਾ ਹੈ, ਬਹੁਤ ਜ਼ਿਆਦਾ ਔਖਾ ਹੈ। ਤਾਂ ਹੀ ਪਾਤਸ਼ਾਹ ਨੇ ਲਿਖਿਆ ਵੀ ਉਹ ਬਿਰਲੇ ਹੁੰਦੇ ਆ। ਹੀਰਾ ਹਾਥ ਚੜਿਓ ਨਿਰਮੋਲਕ, ਛੂਟ ਗਈ ਸੰਸਾਰੀ ਹੈ। ਉਹ ਸੰਸਾਰ ਤੋਂ ਪਰੇ ਖੜਦੇ ਜਾ ਕੇ। ਹੀਰਾ ਹੱਥ 'ਚ ਜਿਨ੍ਹਾਂ ਦੇ ਆ ਜਾਂਦਾ, ਹੀਰਾ ਕੀ ਹੈ? ਹੁਕਮ। ਜਿਨ੍ਹਾਂ ਦੇ ਅੰਦਰ ਹੁਕਮ ਜਿਹਦੇ ਕੋਲ ਹੁੰਦਾ, ਹੁਕਮ ਨੂੰ ਬੁੱਝਿਆ ਹੁੰਦਾ, ਜਿਹਨੇ ਹੁਕਮ ਨੂੰ ਜਾਣਿਆ ਹੁੰਦਾ, ਉਹ ਸੰਸਾਰ ਤੋਂ ਪਰੇ ਖੜਦਾ ਹੈ। ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋੜੀ ਹੈ। ਗੁਰਮੁਖ ਨਹੀਂ ਕਹਿੰਦਾ ਰੱਬ ਨੇ ਆ ਕੀਤਾ, ਉਹ ਕਹਿੰਦਾ ਜੋ ਕੀਤਾ ਭਾਣੇ 'ਚ ਕੀਤਾ। ਵਰਤੇ ਸਭ ਕੁਛ ਤੇਰਾ ਭਾਣਾ, ਇਹ ਵੀ ਤੇਰੀ ਰਜਾ ਹੈ। ਨਹੀਂ ਹੋਣਾ ਸੀਗਾ ਤੇਰਾ ਭਾਣਾ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਨਾਨਕ ਜੀ ਕਹਿੰਦੇ ਮੈਨੂੰ ਤਾਂ ਇਹੀ ਕੁਝ ਚਾਹੀਦਾ, ਕਿਉਂਕਿ ਉਹਨੂੰ ਪਤਾ ਸੀ ਵੀ ਇਹ ਭਾਣੇ ਵਿੱਚ ਰਹਿ ਕੇ ਖਹਿੜਾ ਛੁੱਟਣਾ। ਜੇ ਭਾਣੇ ਦਾ ਮਾੜਾ ਮੋਟਾ ਵੀ ਵਿਰੋਧ ਕਰ ਲਿਆ, ਖਹਿੜਾ ਨਹੀਂ ਛੁੱਟਣਾ। ਸੋ ਹੁਕਮੀ ਉੱਤਮ ਨੀਚ, ਹੁਕਮੀ ਲਿਖ ਦੁੱਖ ਸੁੱਖ ਪਾਈ। ਫਿਰ ਅਸੀਂ ਹੁਕਮ ਦੇ ਵਿੱਚ ਹੀ ਜਿਹੜਾ ਲਿਖਦੇ ਵੀ ਹਾਂ ਕੁਛ, ਦੁੱਖ ਸੁੱਖ ਪਾਈ ਹੈ। ਅਸੀਂ ਦੁੱਖ ਵੀ ਆਪ ਹੀ ਲਿਖਦੇ ਹਾਂ ਤੇ ਸੁੱਖ ਵੀ ਆਪ ਹੀ ਲਿਖਦੇ ਹਾਂ। ਸੁੱਖ ਕੀ ਹੈ? ਸ਼ਬਦ ਗੁਰੂ ਦੀ ਸੋਝੀ ਆ ਜਾਣੀ ਹੈ। ਦੁੱਖ ਕੀ ਹੈ? ਭਵ ਸਾਗਰ 'ਚ ਰਹਿਣਾ, ਇਸੇ ਸੰਸਾਰ 'ਚ ਰਹਿਣਾ। ਇਹ ਕੁਝ ਅਸੀਂ ਆਪਣੇ ਅੰਦਰ ਲਿਖਦੇ ਹਾਂ। ਇਹ ਨਹੀਂ ਕਿ ਪਿੱਛੋਂ ਲਿਖ ਕੇ ਲਿਆਏ, ਹੁਣ ਲਿਖਦੇ ਹਾਂ। ਪਿੱਛੋਂ ਤਾਂ ਸਿਰਫ ਅਸੀਂ ਜਦੋਂ ਸਾਨੂੰ ਭਵ ਸਾਗਰ ਵਿੱਚ ਭੇਜਿਆ ਉਹਨਾਂ ਨੇ, ਉੱਥੇ ਅਸੀਂ ਇਹ ਲਿਖਿਆ ਸੀ ਵੀ ਆਹ ਜਿਹੜੀ ਗਲਤੀ ਕੀਤੀ ਇਹਨੂੰ ਸੁਧਾਰ ਕੇ ਆਵਾਂਗੇ, ਕਿ ਹੁਕਮ 'ਚ ਰਹਾਂਗੇ। ਹੁਕਮ ਦਾ ਹੀ ਵਿਰੋਧ ਕੀਤਾ ਉੱਥੇ, ਭਾਣੇ ਦਾ ਹੀ ਵਿਰੋਧ ਕੀਤਾ, ਹੋਰ ਤਾਂ ਕੁਛ ਨਹੀਂ ਕੀਤਾ। ਉਹ ਭਾਣੇ ਦਾ ਵਿਰੋਧ ਛੱਡਣਾ ਹੈ, ਦੁਬਾਰਾ ਫੇਰ ਹੁਕਮ 'ਚ ਜਾਣਾ ਹੈ, ਹੁਕਮ ਦੇ ਅਨੁਸਾਰ ਹੀ ਹੋਣਾ। ਉਹੀ ਕੁਝ ਅਸੀਂ ਅੰਦਰ ਲਿਖਿਆ ਹੋਇਆ, ਤੇ ਸਾਡੇ ਲਿਖੇ ਦੇ ਵਿੱਚੋਂ ਸਾਨੂੰ ਮਿਲਦਾ ਕੀ ਹੈ? ਦੁੱਖ, ਚਿੰਤਾ। ਇਹਦੇ ਵਿੱਚੋਂ ਕੀ ਹੈ? ਹਉਮੈ। ਤੇ ਜਿਹਨੂੰ ਅਸੀਂ ਸੁੱਖ ਮੰਨਦੇ ਹਾਂ, ਉਹ ਵੀ ਸਾਡੇ ਕੋਲ ਟੈਂਪਰੇਰੀ ਸੁੱਖ ਹੈ। ਵੈਸੇ ਤਾਂ ਟੈਂਪਰੇਰੀ ਵੀ ਨਹੀਂ ਉਹਨੂੰ ਗਿਣਿਆ ਜਾਂਦਾ। ਜੇ ਸੰਸਾਰ ਦੇ ਵਿੱਚ ਕੋਈ ਵੀ ਸੁੱਖ ਹੈ, ਇੱਕ ਵੀ ਚੀਜ਼ ਦਾ, ਮੰਨ ਲਓ ਸਾਡੇ ਕੋਲ ਗੱਡੀ ਹੈ, ਉਹ ਗੱਡੀ ਸੁੱਖ ਨਹੀਂ ਸਾਡੇ ਲਈ, ਉਹ ਸਾਡੇ ਲਈ ਦੁੱਖ ਹੈ। ਕਿਉਂ ਦੁੱਖ ਹੈ? ਕਿਉਂਕਿ ਉਹਦੇ ਤੇਲ ਪੈਣਾ, ਕੰਮ ਕਰਨਾ ਪਊ, ਸਰੀਰ ਨੂੰ ਤਕਲੀਫ ਦੇਣੀ ਪਊ, 4 ਪੈਸੇ ਆਉਣਗੇ। ਫਿਰ ਗੱਡੀ 'ਚ ਬੈਠਿਆਂ 'ਚ ਡਰ ਹੈ ਵੀ ਕਿਤੇ ਵੱਜ ਨਾ ਜਾਵੇ, ਖਰਾਬ ਨਾ ਹੋ ਜਾਵੇ, ਕੋਈ ਝਰੀਟ ਨਾ ਮਾਰ ਦੇਵੇ। ਕਿੰਨੇ ਭੈ ਰੱਖ ਕੇ ਅਸੀਂ ਸਿਸਟਮ ਨੂੰ ਚਲਾ ਰਹੇ ਹਾਂ, ਤੇ ਉਸ ਸਿਸਟਮ ਨੂੰ ਚਲਾਉਣ ਦੇ ਵਿੱਚ ਵੀ ਭੈ ਹੈ। ਜੇ ਪੈਸਾ ਵੀ ਕਮਾਉਣਾ ਤਾਂ ਵੀ ਡਰ ਕੇ ਕਮਾਇਆ ਜਾ ਰਿਹਾ, ਜੇ ਪੈਸਾ ਖਰਚਿਆ ਜਾ ਰਿਹਾ ਤਾਂ ਵੀ ਡਰ ਕੇ ਕਰਿਆ ਜਾ ਰਿਹਾ, ਜੇ ਪੈਸਾ ਖਰਚ ਕੇ ਕੋਈ ਵਸਤੂ ਪ੍ਰਾਪਤ ਕੀਤੀ ਜਾਂਦੀ ਹੈ ਉਹ 'ਚ ਵੀ ਡਰ ਹੈ।
ਹੇ ਮੇਰੇ ਮਨਾ, ਇੱਥੇ ਤਾਂ ਸਾਰਾ ਕੁਝ ਹੀ ਡਰ 'ਚ ਚੱਲਦਾ ਹੈ। ਤੂੰ ਤਾਂ ਧਾਰਮਿਕ ਦੇ ਜਿਹੜੇ ਬੰਦੇ ਨੇ, ਮੈਂ ਉਹ ਵੀ ਵੇਖੇ ਨੇ ਜਿਹੜੇ ਉਹ ਵੀ ਡਰ 'ਚ ਨੇ, ਉਹ ਵੀ ਭੈ 'ਚ ਨੇ, ਪਰ ਜਿਹੜਾ ਅਸਲੀ ਧਾਰਮਿਕ ਪੁਰਸ਼ ਹੈ ਉਹ ਭੈ 'ਚ ਨਹੀਂ ਹੁੰਦਾ। ਭੈ ਕਾਹੂ ਕੋ ਦੇਤ ਨ ਨਹਿ ਪੈ ਮਾਨਤ ਆਣ, ਆਏ ਅਸਲੀ ਧਾਰਮਿਕ ਆਗੂ, ਕਿ ਜਿਹਨੂੰ ਕਿਸੇ ਕਿਸਮ ਦਾ ਵੀ ਕੋਈ ਭੈ ਨਹੀਂ, ਤੇ ਨਾ ਉਹ ਕਿਸੇ ਨੂੰ ਭੈ ਦਿੰਦਾ, ਗੱਲ ਸੱਚੀ ਕਹਿੰਦਾ, ਉਹ ਭੈ ਨਹੀਂ ਦਿੰਦਾ, ਉਹ ਡਰਾ ਕੇ ਨਹੀਂ ਕੁਝ ਵੀ ਕਰਦਾ ਵੀ ਐਂ ਹੋ ਜੂ ਆਹ ਹੋ ਜੂ। ਉਹ ਕਹਿੰਦਾ ਕੁਛ ਨਹੀਂ ਹੁੰਦਾ ਹੈਗਾ। ਹੋ ਤਾਂ ਜੇ ਤੁਸੀਂ ਕੁਝ ਗਲਤ ਕਰੋਗੇ, ਜਦੋਂ ਤੁਸੀਂ ਗਲਤ ਹੀ ਨਹੀਂ ਕਰਦੇ। ਸੋ ਡਰੈ ਜੇ ਪਾਪ ਕਮਾਮ ਦਾ ਧਰਮੀ ਵਿਕਸੇਤ, ਜਦੋਂ ਤੁਸੀਂ ਭਾਣੇ ਦਾ ਵਿਰੋਧ ਹੀ ਨਹੀਂ ਕਰਦੇ, ਇਹ ਤੁਹਾਨੂੰ ਕਾਹਦਾ ਡਰ ਹੈ? ਬਸ ਤੁਸੀਂ ਭਾਣੇ ਨੂੰ ਸਮਝਦੇ ਨਹੀਂ, ਇਹ ਗੱਲ ਜ਼ਰੂਰ ਹੈ। ਇਹ ਵੀ ਇੱਕ ਸਮਝਣ ਦਾ ਵਿਸ਼ਾ। ਜਿੱਦਣ ਤੁਸੀਂ ਭਾਣੇ ਬਾਰੇ ਸਮਝਣ ਲੱਗ ਗਏ, ਤੁਹਾਨੂੰ ਪਤਾ ਲੱਗ ਜਾਣਾ। ਗੁਰਬਾਣੀ ਨੇ ਮਾਇਆ ਦੇ ਸੁੱਖਾਂ ਨੂੰ ਸੁੱਖ ਨਹੀਂ ਮੰਨਿਆ। ਔਰ ਸਭ ਤੋਂ ਵੱਡਾ ਵਚਨ ਹੈ ਗੁਰਬਾਣੀ ਦੇ ਵਿੱਚ, ਵੈਸੇ ਤਾਂ ਸਾਰੇ ਵਚਨ ਵੱਡੇ ਆ, ਜਿਹੜਾ ਸੌਖਾ ਸਮਝ ਆਵੇ ਜਾਣੀ। ਅੰਗ 601 ਦੇ ਉੱਪਰ ਹੈ। ਪਾਤਸ਼ਾਹ ਕਹਿੰਦੇ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਕਹਿੰਦੇ ਉਹ ਸਾਡਾ ਮਿੱਤਰ ਹੈ, ਉਹ ਸਾਡਾ ਸਖਾ ਹੈ, ਪਰਿਵਾਰਕ ਮੈਂਬਰ ਹੈ, ਸਾਡਾ ਭਾਈ ਹੈ। ਦੇਖੋ ਇਹਨਾਂ ਤਿੰਨਾਂ ਰਿਸ਼ਤਿਆਂ ਦੇ ਵਿੱਚ ਕਿਤੇ ਚੇਲਾ ਨਹੀਂ ਲਿਖਿਆ। ਜੇ ਗੁਰ ਕੇ ਭਾਣੇ ਵਿੱਚ ਆਵੇ, ਕਹਿੰਦੇ ਜੇ ਗੁਰ ਦੇ ਭਾਣੇ ਵਿੱਚ ਆ ਜਾਵੇ, ਭਾਵ ਕਿ ਜੇ ਆਪਣੇ ਆਪ ਨੂੰ ਜਾਣ ਲਵੇ, ਆਪਣੀ ਸੋਚ ਨੂੰ ਨਿਰਮਲ ਕਰ ਲਵੇ, ਆਪਣੇ ਭਾਣੇ ਜੋ ਚੱਲੇ ਭਾਈ ਹੈ, ਕਹਿੰਦੇ ਉਹ ਵੀ ਸਾਡਾ ਭਾਈ ਹੋਈ, ਕਿਉਂਕਿ ਜੋਤੀ ਤਾਂ ਸੱਚਖੰਡ ਦੀ ਹੋਈ ਹੈ। ਜੇ ਆਪਣੇ ਭਾਣੇ, ਜੇ ਕੋਈ, ਦੇਖੋ ਹੁਣ ਇੱਥੇ ਲਿਖਿਆ ਆਪਣੇ ਭਾਣੇ ਜੋ ਚੱਲੇ ਭਾਈ, ਇਹਦਾ ਮਤਲਬ ਆਪਣਾ ਭਾਣਾ ਵੀ ਫਿਰ ਕੋਈ ਹੈ। ਇਹ ਬਹੁਤ ਵੱਡੀ ਗੱਲਾਂ ਨੇ ਪਾਤਸ਼ਾਹ ਨੇ ਗੁਰਬਾਣੀ 'ਚ ਲਿਖੀਆਂ, ਜਿਨ੍ਹਾਂ ਨੂੰ ਅਸੀਂ ਵਿਚਾਰਿਆ ਨਹੀਂ। ਤਾਂ ਹੀ ਪਾਤਸ਼ਾਹ ਨੇ ਉੱਥੇ ਲਿਖਿਆ ਸੀ ਵੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਵੀ ਹੁਕਮ 'ਚ ਤਾਂ ਸਾਰਾ ਕੁਝ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਉਸ ਗੱਲ ਦਾ ਲੋਕ ਨਜਾਇਜ਼ ਫਾਇਦਾ ਉਠਾਉਣ ਲੱਗ ਗਏ ਸੀ ਕਿ ਜੀ ਸਾਰਾ ਕੁਝ ਹੁਕਮ 'ਚ ਹੀ ਹੁੰਦਾ, ਫਿਰ ਜਿਹੜਾ ਕੁਝ ਅਸੀਂ ਕਰਦੇ ਹਾਂ ਉਹ ਵੀ ਤਾਂ ਹੁਕਮ 'ਚ ਹੀ ਕਰਦੇ ਹਾਂ, ਅਸੀਂ ਕਿਹੜਾ ਹੁਕਮ ਤੋਂ ਬਾਹਰ ਕਰਦੇ ਹਾਂ। ਫਿਰ ਪਰਮੇਸ਼ਰ ਨੇ ਕਿਹਾ ਵੀ ਇਹ ਤਾਂ ਗਲਤ ਹੈ, ਇਹ ਤਾਂ ਭਰਮ 'ਚ ਪੈ ਜਾਣਗੇ, ਔਰ ਪਏ ਹੋਏ ਨੇ। ਫਿਰ ਪਾਤਸ਼ਾਹ ਤੋਂ ਕਹਾਇਆ ਵੀ ਤੂੰ ਇਹ ਗੱਲ ਕਹਿ, ਨਾਨਕ ਹੁਕਮ ਹੈ ਜੇ ਬੁੱਝੈ ਤਾਂ। ਕਹਿੰਦੇ ਪਹਿਲਾਂ ਹੁਕਮ ਬੁੱਝ ਤਾਂ ਲਵੋ, ਜਦੋਂ ਹੁਕਮ ਬੁੱਝੇ ਹੀ ਨਹੀਂ ਫਿਰ ਨਹੀਂ ਤੁਸੀਂ ਕਹਿ ਸਕਦੇ। ਤਾਂ ਹਉਮੈ ਕਹੇ ਨਾ ਕੋਈ, ਫੇਰ ਤੁਹਾਨੂੰ ਪਤਾ ਨਾ, ਫਿਰ ਤੁਸੀਂ ਆਹ ਗੱਲ ਨਹੀਂ ਕਹਿ ਸਕਦੇ। ਹੁਕਮ ਵਾਲੇ ਨੂੰ ਕਹਿਣ ਦੀ ਲੋੜ ਨਹੀਂ, ਹੁਕਮ ਵਾਲਾ ਚੱਲ ਕੇ ਦਿਖਾਉਂਦਾ ਮੈਂ ਹੁਕਮ ਚੱਲ ਰਿਹਾ। ਹੀਰਾ ਹੱਥ ਚੜਿਓ ਨਿਰਮੋਲਕ, ਛੂਟ ਗਈ ਸੰਸਾਰੀ ਹੈ। ਉਹ ਸੰਸਾਰ ਨੂੰ ਛੱਡ ਕੇ ਪਰੇ ਹੋ ਜਾਂਦਾ, ਉਹ ਨਹੀਂ ਪ੍ਰਵਾਹ ਕਰਦਾ। ਫਿਰ ਹੇ ਮੇਰੇ ਮਨ, ਤੈਨੂੰ ਤਾਂ ਫਿਕਰ ਰਹਿੰਦਾ, ਪਰ ਗੁਰਮੁਖ ਨੂੰ ਫਿਕਰ ਨਹੀਂ ਹੁੰਦਾ। ਆਪਣੇ ਭਾਣੇ ਜੋ ਚੱਲੇ ਭਾਈ, ਸੋ ਵਿਛੜ ਚੋਟਾਂ ਖਾਵੇ। ਉਹ ਵਿਛੜਿਆ ਹੋਇਆ, ਉਹ ਚੋਟਾਂ ਖਾਂਦਾ। ਭਵ ਸਾਗਰ ਦੇ ਵਿੱਚ ਬਾਰ-ਬਾਰ ਸਰੀਰ ਮਿਲਣੇ, ਇਹ ਚੋਟਾਂ ਹੀ ਨੇ। ਕਦੇ ਉਹ ਸਰੀਰ ਮਿਲ ਗਿਆ, ਕਦੇ ਉਹ ਸਰੀਰ ਮਿਲ ਗਿਆ, ਕਦੇ ਉਹ ਸਰੀਰ ਮਿਲ ਗਿਆ। ਹੁਣ ਤਾਂ ਲੱਗਦਾ ਆਪਣੇ ਆਪ ਨੂੰ ਦੇਖ ਕੇ, ਪਰ ਜਦੋਂ ਇਹੀ ਜੋਤੀ ਕਿਸੇ ਕੁੱਤੇ ਦੇ ਸਰੀਰ 'ਚ ਸੀ, ਜਾਂ ਬਿੱਲੇ ਦੇ ਸਰੀਰ ਸੀ, ਜਾਂ ਮੱਛੀ ਦੇ ਸਰੀਰ ਸੀ, ਉੱਥੇ ਉਹਨਾਂ ਨੂੰ ਮਹਿਸੂਸ ਕਰਕੇ ਦੇਖੋ ਉਹਨਾਂ ਨੂੰ ਕਿੰਨਾ ਔਖਾ ਹੈ। ਸਾਨੂੰ ਲੱਗਦਾ ਕਿ ਉਹਨਾਂ ਨੂੰ ਤਾਂ ਕੋਈ ਔਖਾ ਨਹੀਂ, ਪਰ ਬਹੁਤ ਔਖਾ ਹੈ। ਸਵੈਮ ਹੈ ਮੇਰੇ ਮਨ, ਤੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਤੂੰ ਕਿੰਨਾ ਕੁ ਔਖਾ ਹੈ ਤੇ ਕਿੰਨਾ ਕੁ ਸੌਖਾ ਹੈ। ਸੋ ਅੰਗ 311 ਉੱਪਰ ਵੀ ਪਾਤਸ਼ਾਹ ਕਹਿੰਦੇ, ਕੋਈ ਵਿਛੜ ਜਾਏ ਸਤਿਗੁਰ ਪਾਸੋਂ, ਤਿਸ ਕਾਲਾ ਮੋਹ ਜਮ ਮਾਰਿਆ। ਆਹ ਗੱਲ ਹੈ, ਕੋਈ ਵਿਛੜ ਜਾਏ ਸਤਿਗੁਰੂ। ਸੱਚਖੰਡ ਵੱਲੋਂ ਜਿੰਨੇ ਵੀ ਵਿਛੜੇ ਹੋਏ ਨੇ, ਜਿੰਨੀਆਂ ਜੋਤਾਂ ਸੱਚਖੰਡ ਚੋਂ ਬਾਹਰ ਨੇ, ਭਵ ਸਾਗਰ ਦੇ ਅੰਦਰ ਨੇ ਪਾਸੋਂ, ਤਿਸ ਕਾਲਾ ਮੋਹ, ਉਹਦਾ ਮੂੰਹ ਕਾਲਾ ਹੋ ਗਿਆ। ਹੁਣ ਮੂੰਹ ਕਾਲਾ ਕੀ ਹੋਇਆ? ਭਾਵ ਕਿ ਜਿਹੜੀ ਜੋਤੀ ਸੀ ਉਹਦੇ ਅੰਦਰ ਭਰਮ ਪੈਦਾ ਹੋ ਗਿਆ, ਅਗਿਆਨਤਾ ਹੋ ਗਈ, ਜਮ ਮਾਰਿਆ। ਹੁਣ ਉਹਨੂੰ ਕੀ ਭਰਮ ਹੋ ਗਿਆ? ਇੱਛਾ ਪੈਦਾ ਹੋ ਗਈ, ਤੇ ਜਿਹਨੇ ਆਪਣੀ ਉਹ ਇੱਛਾ ਖਤਮ ਕਰਤੀ,
ਤਿਸ ਕਾਲਾ ਮੂੰਹ, ਜਿਹਦਾ ਕਾਲਾ ਮੂੰਹ ਸੀ, ਜੇ ਕਾਲੇ ਮੂੰਹ ਨੂੰ ਉਹਨੇ ਸ਼ੁੱਧ ਕਰ ਲਿਆ, ਉਸ ਇੱਛਾ ਨੂੰ ਮਾਰਤਾ, ਫਿਰ ਕੀ ਹੋ? ਫਿਰ ਉਹ ਵਾਪਸ ਹੁਕਮੀ ਉੱਤਮ ਵੀ ਬਣ ਸਕਦਾ ਹੈ। ਜਿਹਨੇ ਆਪਣੇ ਅੰਦਰੋਂ ਆਪਣੀ ਅਗਿਆਨਤਾ ਖਤਮ ਕਰਤੀ, ਗੁਰ ਪ੍ਰਸਾਦ ਭਰਮ ਕਾ ਨਾਸ਼ ਕਰਤਾ, ਉਹ ਫਿਰ ਉਸੇ ਅਵਸਥਾ ਵਿੱਚ ਜਾ ਸਕਦਾ ਹੈ। ਪਰ ਜਾਇਆ ਮਨੁੱਖਾ ਤਨ ਦੇ ਅੰਦਰ ਹੀ ਜਾਂਦਾ ਹੈ। ਆਹ ਜਿਹੜਾ ਸਰੀਰ ਮਿਲਿਆ, ਇਹ ਮੇਰੇ ਮਨਾ ਜਾਇਆ ਇਸੇ ਸਰੀਰ 'ਚ ਜਾਣਾ ਹੈ। ਜੇ ਤੂੰ ਗੁਰਬਾਣੀ ਤੋਂ ਇੱਕ ਇੱਕ ਬਚਨ ਨੂੰ ਸਮਝ ਕੇ ਗੁਰਬਾਣੀ ਅਨੁਸਾਰ ਚੱਲਣ ਲੱਗ ਗਿਆ, ਫਿਰ ਜੀਵਨ ਬਹੁਤ ਸਫਲ ਹੈ। ਫਿਰ ਹੁਕਮੀ ਉੱਤਮ, ਤੇ ਜੇ ਹੁਕਮ ਦੇ ਅਨੁਸਾਰ ਨਾ ਚੱਲਿਆ, ਹੁਕਮ ਨਾ ਬੁੱਝਿਆ ਗਿਆ, ਫਿਰ ਹੁਕਮੀ ਨੀਚ ਰਹੇਗਾ ਹੁਕਮ 'ਚ ਹੀ। ਜਿਵੇਂ ਜੇਲ੍ਹ ਦੇ ਅੰਦਰ ਕੈਦੀ ਨੇ, ਹੈ ਤਾਂ ਉਹ ਵੀ ਹੁਕਮ 'ਚ, ਤੇ ਜੇਲ੍ਹ ਦੇ ਜਿਹੜੇ ਅਫਸਰ ਨੇ, ਹੈ ਉਹ ਵੀ ਹੁਕਮ 'ਚ। ਜੇਲ੍ਹ 'ਚ ਉਹ ਵੀ ਜਾਂਦੇ ਆ, ਸੁਪਰਡੈਂਟ ਜੇਲ੍ਹ 'ਚ ਜਾਂਦਾ, ਜੇਲ੍ਹ ਸੁਪਰਡੈਂਟ ਹੁੰਦਾ, ਹੋਰ ਸਿਪਾਹੀ ਹੁੰਦੇ ਆ, ਪਹਿਰੇਦਾਰ ਹੁੰਦੇ, ਜਾਂਦੇ ਤਾਂ ਉਹ ਵੀ ਜੇਲ੍ਹ 'ਚ ਨੇ, ਪਰ ਉਹਨਾਂ ਨੂੰ ਕੋਈ ਕੈਦੀ ਨਹੀਂ ਕਹਿੰਦਾ, ਹੈ ਉਹ ਵੀ ਬੰਦੇ। ਤੇ ਜਿਹੜੇ ਜੇਲ੍ਹ ਦੇ ਅੰਦਰ ਨੇ ਉਹ ਵੀ ਬੰਦੇ, ਉਹਨਾਂ ਨੂੰ ਕੈਦੀ ਕਿਹਾ ਜਾਂਦਾ, ਉਹਨਾਂ ਨੂੰ ਅਫਸਰ ਕਿਹਾ ਜਾਂਦਾ ਹੈ। ਜਿਹੜੀਆਂ ਜੋਤੀਆਂ ਇੱਥੇ ਭਵ ਸਾਗਰ ਦੇ ਅੰਦਰ ਆ ਕੇ, ਜਾਂ ਜਿਵੇਂ ਪਾਤਸ਼ਾਹੀਆਂ ਸੀ ਜਾਂ ਭਗਤ ਸਾਹਿਬਾਨ 'ਚ ਰਹੇ, ਤਾਂ ਉਹ ਵੀ ਇਸੇ ਸੰਸਾਰ 'ਚ, ਪਰ ਉਹ ਸ੍ਰੇਸ਼ਟ ਗਿਣੇ ਗਏ। ਤੇ ਇਹ ਮੇਰੇ ਮਨਾ, ਆਪਾਂ ਜਿੰਨੇ ਵੀ ਆ, ਆਪਾਂ ਆਸ੍ਰਿਸ਼ਟ ਹੈ। ਉਹ ਗਿਆਨੀ ਗਿਣਗੇ, ਆਪਾਂ ਅਗਿਆਨੀ ਹੈ। ਉਹ ਪੁੰਨੀ ਗਿਣਗੇ, ਆਪਾਂ ਪਾਪੀ ਹੈ। ਉਹ ਸੱਚੇ ਗਿਣਗੇ, ਆਪਾਂ ਝੂਠੇ ਗਿਣੇ ਗਏ ਸੱਚਖੰਡ ਵਿੱਚ। ਸੋ ਤੇਰੇ ਤੇ ਨਿਰਭਰਤਾ ਹੈ ਕਿ ਹੁਕਮੀ ਉੱਤਮ ਬਣਨਾ ਜਾਂ ਨੀਚ ਬਣਨਾ। ਹੁਕਮੀ ਉੱਤਮ ਨੀਚ, ਹੁਕਮੀ ਲਿਖ ਦੁੱਖ ਸੁੱਖ ਪਾਈ ਐ। ਇਹ ਤੇਰੇ ਤੇ ਨਿਰਭਰਤਾ ਹੈ ਕਿ ਤੂੰ ਹੁਣ ਕੀ ਲਿਖਣਾ ਹੈ। ਜਿਹੜਾ ਕੁਛ ਆਪਣੇ ਅੰਦਰ ਲਿਖ ਲੇਗਾ, ਉਹੀ ਤੇਰਾ ਉਹਨਾਂ ਨੇ ਮਨ ਕੀ ਪੱਤਰੀ ਬਾਚਣੀ, ਸੁਖੀ ਹੋ ਸੁਖਸਾਰ ਉਹਨੇ ਬਾਚ ਕੇ ਤੇਰੇ ਸਾਹਮਣੇ ਰੱਖ ਦੇਣੀ ਹੈ। ਸੋ ਇੱਥੋਂ ਤੱਕ ਕਿ ਅੱਜ ਦਾ ਜੋ ਵਚਨ ਸੀ, ਇਸ ਦੀ ਵਿਚਾਰ ਕੀਤੀ ਗਈ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।